ਤੇ ਪ੍ਰਦੂਸ਼ਣ ਦੀ ਗੱਲ ਕਰੀਏ ਸ਼ਰਮਾ ਜੀ, ਕਹਿੰਦੇ ਰੱਬ ਨੇ ਸੁਣ ਲਈ, ਸਰਕਾਰਾਂ ਨੇ ਨਹੀਂ ਸੁਣੀ। ਰੱਬ ਨੇੜੇ ਹੋ ਗਿਆ ਫਿਰ ਸਰਕਾਰਾਂ ਨਾਲੋਂ? ਇਹ ਗੱਲ ਤਾਂ ਖੁਦ ਅਦਾਲਤ ਨੇ ਕਹੀ ਅੱਜ ਪ੍ਰਵੀਨ ਜੀ, ਜੀ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ। ਹੂੰ, ਹੂੰ। ਖੁਦ ਸੁਪਰੀਮ ਕੋਰਟ ਦੇ 2 ਜੱਜ ਸਾਹਿਬਾਨਾਂ ਦਾ ਬੈਂਚ, ਜਿਹੜਾ ਪ੍ਰਦੂਸ਼ਣ ਦੇ ਮਾਮਲੇ ਤੇ 4 ਪੂਰੇ ਸੂਬਿਆਂ ਤੇ 5ਵਾਂ ਅੱਧਾ ਪਚੱਧਾ ਸੂਬਾ ਜਿਹਦੇ ਪਿੱਛੇ ਲੜੀ ਜਾਂਦੇ ਆ, ਭਾਰਤ ਦੀ ਰਾਜਧਾਨੀ ਵੀ ਹੈ ਵੈਸੇ ਦਿੱਲੀ ਉਹ, ਹੂੰ, ਸੋ ਹੂੰ। ਉਹਦੇ ਪਿੱਛੇ ਜੋ ਮਾਮਲਾ ਹੈ ਉਸ ਨੂੰ ਵੀ ਵਿੱਚ ਬਿਠਾ ਕੇ 5 ਦੇ ਹਵਾਲੇ ਨਾਲ ਗੱਲ ਕਰਦੇ ਆ। ਮਾਣਯੋਗ ਸੁਪਰੀਮ ਕੋਰਟ ਨੇ ਸਪਸ਼ਟ ਲਫ਼ਜ਼ਾਂ 'ਚ ਕਿਹਾ ਕਿ ਚਲੋ ਜੇ ਸਰਕਾਰਾਂ ਨਹੀਂ ਸੁਣਦੀਆਂ ਤਾਂ ਰੱਬ ਤਾਂ ਸੁਣਦਾ ਹੈ। ਅਸਲ 'ਚ ਅੱਜ ਮੀਂਹ ਵਰਿਆ ਜੀ ਦਿੱਲੀ ਦੇ ਵਿੱਚ, ਜੀ। ਪੰਜਾਬ 'ਚ ਵੀ ਮੀਂਹ ਵਰਿਆ, ਹਰਿਆਣੇ 'ਚ ਵੀ ਮੀਂਹ ਵਰਿਆ। ਸੋ ਇਸ ਮੀਂਹ ਦੇ ਨਾਲ ਜਿਹੜਾ AQI ਹੈ, ਹਵਾ ਦਾ ਜੋ ਗੁਣਤਾ ਪੱਧਰ ਹੈ, ਉਹ ਸੁਧਰ ਗਿਆ। ਠੀਕ ਹੈ। ਹਵਾ ਦੇ ਵਿੱਚ ਚੰਗਾ ਸੁਧਾਰ ਹੋਇਆ। ਦਿੱਲੀ ਵਾਲਾ ਤਾਂ 500 ਤੋਂ ਆ ਕੇ ਸਿੱਧਾ 400 ਤੋਂ ਥੱਲੇ ਆ ਗਿਆ ਨਾ। ਸੋ 420 ਦੇ, ਵੈਸੇ ਦਿੱਲੀ 420 ਹੋਇਆ, ਪਰ ਅੱਜ ਹਵਾ ਦਾ ਪੱਧਰ ਵੀ 420 ਦੇ ਗੇਟ 'ਚ ਆ ਗਿਆ, 500 ਤੋਂ ਵੀ ਥੱਲੇ ਆ ਗਿਆ, ਕਿਤੇ 500 ਤੋਂ ਵੀ ਪਾਰ ਚਲਾ ਗਿਆ ਸੀ। ਅੱਛਾ। ਸੋ ਇਸੇ ਤਰ੍ਹਾਂ ਪੰਜਾਬ ਦੇ ਵੀ ਕਿੰਨੇ ਸ਼ਹਿਰਾਂ ਦਾ ਹਵਾ ਪੱਧਰ ਸੁਧਰਿਆ। ਸੋ ਇਸ ਲਈ ਬਕਾਇਦਾ ਤੌਰ ਤੇ ਇਹ ਸ਼ਬਦ ਮਾਣਯੋਗ ਅਦਾਲਤ ਨੇ ਵਰਤੇ ਕਿ ਚਲੋ ਜੇ ਸਰਕਾਰਾਂ ਨਹੀਂ ਸੁਣਦੀਆਂ ਤਾਂ ਘੱਟੋ ਘੱਟ ਰੱਬ ਨੇ ਤਾਂ ਸਾਡੀ ਸੁਣੀ। ਜਸਟਿਸ ਸੰਜੇ ਕਿਸ਼ਨ ਕੌਲ ਤੇ ਜਸਟਿਸ ਅਹਿਸਾਨਉਦੀਨ ਉਹਨਾਂ ਦੀ ਬੈਂਚ ਵੱਲੋਂ ਇਹ ਸੁਣਵਾਈ ਸੀ, ਤੇ ਉਹ ਕਹਿੰਦੇ ਕਿ ਇਸ ਮਾਮਲੇ ਦੇ ਉੱਤੇ ਪਿਛਲੇ ਦਿਨੀ ਵੀ ਥੋੜੇ ਧਿਆਨ ਚੋਂ ਆਪਾਂ ਇਸੇ ਪ੍ਰੋਗਰਾਮ ਚਰਚਾ ਕੀਤੀ ਸੀ, ਜਦੋਂ ਜਿਹੜੇ ਸੈਕਟਰੀ ਪੱਧਰ ਦੀ ਹੈ ਨਾ, ਕਿ ਕੈਬਨਿਟ ਸੈਕਟਰੀ ਪੱਧਰ ਦੀ ਮੀਟਿੰਗ ਬੁਲਾਈ ਗਈ ਸਾਰਿਆਂ ਦੀ, ਤੇ ਉੱਥੇ ਵੀ ਦਿੱਲੀ ਸਰਕਾਰ ਵੱਲੋਂ ਜਿਹੜੇ ਅਧਿਕਾਰੀ ਸੀ ਉਹ ਓਡ ਈਵਨ ਦਾ ਫਾਰਮੂਲਾ ਸੁਝਾ ਰਹੇ ਸੀ ਪ੍ਰਵੀਨ ਜੀ। ਤੇ ਅੱਜ ਵੀ ਇਹਨਾਂ ਦੇ ਵਕੀਲ ਸੁਪਰੀਮ ਕੋਰਟ ਦੇ ਵਿੱਚ ਇਹੀ ਓਡ ਈਵਨ ਵਾਲਾ ਫਾਰਮੂਲਾ ਦੇ ਰਹੇ ਸੀ। ਅੱਛਾ। ਅਸੀਂ ਓਡ ਈਵਨ ਲਾਗੂ ਕਰਨਾ ਚਾਹੁੰਦੇ ਹਾਂ, ਸਾਨੂੰ ਮਨਜ਼ੂਰੀ ਦੇ ਦਿਓ। ਤੇ ਮਾਣਯੋਗ ਅਦਾਲਤ ਨੇ ਕਿਹਾ, ਕਹਿੰਦੇ ਸਾਰੇ ਕੰਮ ਤੁਸੀਂ ਮਨਜ਼ੂਰੀ ਲੈ ਕੇ ਕਰਦੇ ਹੋ, ਤੁਹਾਡੀ ਆਪਣੀ ਸਮਝ ਕੋਈ ਹੈ ਨਹੀਂ। ਸਰਕਾਰ ਨੂੰ ਕਟਹਿਰੇ 'ਚ ਖੜੇ ਕਰਦਿਆਂ ਸੁਪਰੀਮ ਕੋਰਟ ਨੇ ਸਪਸ਼ਟ ਲਫ਼ਜ਼ਾਂ 'ਚ ਪੁੱਛਿਆ ਜੀ ਕਿ 6 ਸਾਲਾਂ ਤੋਂ ਉੱਪਰ ਦਾ ਤੁਹਾਡਾ ਰਾਜ ਹੈ, ਕੀਤਾ ਦਿੱਲੀ ਦੇ ਪ੍ਰਦੂਸ਼ਣ ਸੁਧਾਰਨ ਲਈ, ਦਿੱਲੀ ਦੀ ਹਵਾ ਨੂੰ ਸਾਫ਼ ਰੱਖਣ ਲਈ ਕਿਹੜਾ ਉਪਰਾਲਾ ਕੀਤਾ? ਉਹ ਗਣਾਉਣ ਲੱਗੇ ਜੀ, ਆਹ ਤਕਨੀਕ ਦੀ ਵਰਤੋਂ ਕਰਦੇ ਆ ਜਿਹਦੇ ਨਾਲ, ਉਹ ਕਹਿੰਦੇ ਅਸੀਂ ਤਕਨੀਕੀ ਮਾਰ ਨਹੀਂ ਹੈਗੇ, ਸਾਨੂੰ ਨਤੀਜਾ ਚਾਹੀਦਾ ਹੈ। ਕੀਤਾ ਕੀ ਹੈ ਸਾਨੂੰ ਉਹ ਦੱਸੋ। ਜਨਾਬ ਕੋਲ ਕੋਈ ਜਵਾਬ ਨਹੀਂ। ਅਸੀਂ ਜੀ ਪਿਛਲੇ ਸਾਲ ਜਦੋਂ ਓਡ ਈਵਨ ਕੀਤਾ ਸੀ ਜੀ, ਉਹਦੇ ਨਾਲ ਇੰਨਾ ਮਤਲਬ ਕਿ ਇੰਧਨ ਬਚ ਗਿਆ ਜੀ, ਇੰਨੀ ਜੀ ਹਵਾ ਉਹ ਘੱਟ ਹੋਈ ਜੀ, ਗੱਡੀਆਂ ਘੱਟ ਚੱਲੀਆਂ ਜੀ। ਉਹ ਕਹਿੰਦੇ ਇਹ ਨਹੀਂ, ਪ੍ਰਦੂਸ਼ਣ ਕਿੰਨਾ ਘਟਿਆ ਤੁਸੀਂ ਸਾਨੂੰ ਇਹ ਦੱਸ। ਬਿਲਕੁਲ ਉਹਨਾਂ ਦਾ ਕੋਈ ਜਵਾਬ ਨਹੀਂ ਸੀ। ਸੋ ਇਸ ਮਸਲੇ ਤੇ ਅੱਜ ਚੰਗੀ ਮਤਲਬ ਕਿ ਕੇਜਰੀਵਾਲ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਕੇ ਉਹਨੇ ਪੁੱਛਿਆ ਕਿ ਤੁਸੀਂ ਕੀ ਕੀਤਾ ਹੁਣ ਤੱਕ, ਇਹ ਦੱਸੋ। ਤੇ ਉਹਨਾਂ ਨੇ ਕਿਹਾ ਕਿ ਚਲੋ ਸ਼ਾਇਦ ਦਿੱਲੀ ਵਾਲਿਆਂ ਦੀ ਰੱਬ ਨੇ ਸੁਣ ਲਈ, ਭਗਵਾਨ ਨੇ ਪ੍ਰਾਰਥਨਾ ਸੁਣ ਲਈ, ਇਸ ਲਈ ਅੱਜ ਕਹਿੰਦੇ ਮੀਂਹ ਵਰਿਆ। ਤੇ ਮੀਂਹ ਤੋਂ ਬਾਅਦ ਰਾਹਤ ਸੀ ਜੀ, ਪਰ ਇਹ ਤੋਂ ਬਾਵਜੂਦ ਵੀ ਗੱਲ ਅਹਿਮ ਹੈ ਪ੍ਰਵੀਨ ਜੀ, ਝਾੜਾਂ ਵੀ ਖਾਧੀਆਂ, ਜਵਾਬ ਕੋਈ ਨਹੀਂ, ਔਰ ਕਿਹਾ ਕਿ ਅਸੀਂ ਤੁਹਾਡੇ ਨਿਰਦੇਸ਼ਾਂ ਅਨੁਸਾਰ, ਤੁਹਾਡੇ ਹੁਕਮਾਂ ਅਨੁਸਾਰ ਚੱਲਣ ਲਈ ਤਿਆਰ ਹਾਂ। ਦਿੱਲੀ ਸਰਕਾਰ ਨੇ ਇਹ ਗੱਲ ਕਹੀ ਉੱਥੇ। ਉਹ ਕਹਿੰਦੇ ਹਰ ਸਾਲ ਸਾਡੇ ਨਿਰਦੇਸ਼ ਕਿਉਂ ਉਡੀਕਦੇ ਹੋ, ਟੈਂਪਰੇਰੀ ਹੱਲ ਕਿਉਂ ਕੱਢ ਰਹੇ ਹੋ, ਪੱਕੇ ਹੱਲ ਕਿਉਂ ਨਹੀਂ ਲੱਭ ਸਕੇ। ਸੂਬਿਆਂ ਨੂੰ ਵੀ ਪੁੱਛਿਆ ਪਰਾਲੀ ਵਾਲੇ ਮਸਲੇ ਤੇ ਦਿੱਲੀ ਨੂੰ ਵੀ ਸਮੁੱਚੇ ਪੋਲਿਊਸ਼ਨ ਵਾਲੇ ਹਵਾਲੇ ਨਾਲ ਪੁੱਛਿਆ। ਪਰ ਇੱਧਰ ਜਿਹੜੀ ਗੱਲ ਆਪਾਂ ਕੱਲ ਕੀਤੀ ਸੀ ਪ੍ਰਵੀਨ ਜੀ, ਕਿ ਇਹ ਨਕਲੀ ਮੀਂਹ ਬਣਾਉਣ ਦੀ ਤਿਆਰੀ 'ਚ ਨੇ, ਨਕਲੀ ਤੋਂ ਪਹਿਲਾਂ ਅਸਲੀ ਵਰ ਗਿਆ। ਬਾਬਾ ਨੇ ਸੁਣ ਲਈ, ਇਹ ਤਾਂ ਨਹੀਂ ਨਕਲੀ ਦੀ ਤਿਆਰੀ ਕਰੀ ਬੈਠੇ ਸੀ, ਪਰ ਉਹਦੇ ਲਈ ਅਧਿਕਾਰੀਆਂ 'ਚੋਂ ਗੱਲ ਨਿਕਲ ਕੇ ਹੁਣ ਮੰਤਰਾਲੇ ਤੱਕ ਚਲੀ ਗਈ ਪ੍ਰਵੀਨ ਜੀ। ਦਿੱਲੀ ਸਰਕਾਰ ਦਾ ਜਿਹੜਾ ਵਾਤਾਵਰਨ ਮੰਤਰੀ ਹੈ ਗੋਪਾਲ ਰਾਏ, ਬਕਾਇਦਾ ਕਾਨਪੁਰ ITA ਨਾਲ ਸੰਪਰਕ ਸਾਧ ਲਿਆ। 13 ਤੋਂ ਮਤਲਬ ਕਿ ਉਹਨਾਂ ਨੇ ਜਿਹੜੀ 13 ਤੋਂ 20 ਨਵੰਬਰ ਤੱਕ ਓਡ ਈਵਨ ਵਾਲੀ ਯੋਜਨਾ ਸੀ, ਉਹਨੂੰ ਤਾਂ ਹੁਣ ਰੱਦ ਕਰਤਾ। ਮੀਂਹ ਪੈ ਗਿਆ, ਉਹਨਾਂ ਨੇ ਜਿਹੜੀ ਮੀਂਹ ਵਾਲੀ ਯੋਜਨਾ ਸੀ ਉਹਨੂੰ ਅਜੇ ਰੱਦ ਨਹੀਂ ਕੀਤਾ, ਤੇ ਉਹਨਾਂ ਨੂੰ ਲੱਗਦਾ ਕਿ 20 ਜਾਂ 21 ਤਰੀਕ ਨੂੰ ਅਸੀਂ ਨਕਲੀ ਮੀਂਹ ਦਿੱਲੀ 'ਚ ਪਵਾ ਲਈਏ ਜੀ। ਬੇਸ਼ੱਕ ਮੌਸਮ ਵਿਭਾਗ ਅਨੁਸਾਰ ਕਿ ਆਉਂਦੇ 1-2 ਦਿਨਾਂ 'ਚ ਹੋਰ ਮੀਂਹ ਪੈ ਸਕਦੇ ਆ, ਪਰ ਦਿੱਲੀ ਸਰਕਾਰ ਕਹਿੰਦੀ, ਗੋਪਾਲ ਰਾਏ ਕਹਿੰਦੇ ਕਿ ਜੇ ਇਸ ਮੀਂਹ ਨਾਲ ਘਟਿਆ ਹੋਰ ਨਾ ਪਿਆ ਤਾਂ ਫਿਰ ਪੂਰੀ ਤਰ੍ਹਾਂ ਮਾਹੌਲ ਠੀਕ ਨਹੀਂ ਹੋਣਾ। ਇਸ ਲਈ ਅਸੀਂ ਪ੍ਰਦੂਸ਼ਣ ਬਿਲਕੁਲ ਖਤਮ ਕਰਨ ਲਈ ਸਾਨੂੰ ਜੇ ਨਕਲੀ ਮੀਂਹ ਪਵਾਉਣਾ ਪਵੇ ਅਸੀਂ ਪਵਾਵਾਂਗੇ। ਠੀਕ ਹੈ ਜੀ। ਪਰ ਮੈਨੂੰ ਜਿਹੜੀ ਜਾਣਕਾਰੀ ਮਿਲ ਰਹੀ ਹੈ ਪ੍ਰਵੀਨ ਜੀ, ਉਹ ਇਹ ਹੈ ਕਿ ਕੇਜਰੀਵਾਲ ਜੀ ਦੀ ਇੱਛਾ ਹੈ ਕਿ ਅਸੀਂ ਦਿੱਲੀ 'ਚ ਨਕਲੀ ਮੀਂਹ ਜ਼ਰੂਰ ਪਵਾਈਏ। ਉਹਨਾਂ ਨੂੰ ਲੱਗਦਾ ਕਿ ਚਾਹੇ ਅਸਲੀ ਮੀਂਹ ਪਈ ਜਾਵੇ, ਨਕਲੀ ਮੀਂਹ ਪਵਾ ਕੇ ਦੇਸ਼ ਨੂੰ ਇਹ ਸੁਨੇਹਾ ਦਈਏ ਕਿ ਲਓ ਜੀ, ਕੇਜਰੀਵਾਲ ਦੀ ਸਰਕਾਰ ਨੇ ਨਵਾਂ ਇਤਿਹਾਸ ਰਚਤਾ, ਨਵੀਂ ਰਚਨਾ ਕਰਤੀ,
ਨਕਲੀ ਮੀਂਹ ਪਵਾ ਕੇ ਦਿੱਲੀ ਨੂੰ ਸ਼ੁੱਧ ਕਰਤਾ, ਪੋਲਿਊਸ਼ਨ ਮੁਕਤ ਕਰਤਾ। ਤੇ ਉਸ ਤੋਂ ਬਾਅਦ ਅਸੀਂ ਬੋਰਡ, ਇਸ਼ਤਿਹਾਰ, ਤਸਵੀਰਾਂ, ਬੈਨਰ ਸੂਬਿਆਂ 'ਚ ਵੇਚੀਏ, ਖਾਸ ਕਰਕੇ ਉਹਨਾਂ 'ਚ ਜਿੱਥੇ ਚੋਣਾਂ ਨੇ। ਜੀ। ਤੇ ਸਲਾਹਕਾਰਾਂ ਨੇ ਕਹਿੰਦੇ ਸਰਕਾਰ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਜੇ ਆਪਣਾ ਨਕਲੀ ਮੀਂਹ ਵਾਲਾ ਫਾਰਮੂਲਾ ਕਾਮਯਾਬ ਹੋ ਗਿਆ, ਹਾਂਜੀ। ਫਿਰ ਆਪਾਂ ਰਾਜਸਥਾਨ 'ਚ, ਮੱਧ ਪ੍ਰਦੇਸ਼ 'ਚ, ਛੱਤੀਸਗੜ੍ਹ 'ਚ, ਜਿੱਥੇ ਜਿੱਥੇ ਚੋਣਾਂ ਨੇ, 2024 'ਚ ਪੂਰੇ ਦੇਸ਼ 'ਚ ਅਸੀਂ ਇਹ ਫਾਰਮੂਲਾ ਵੇਚਾਂਗੇ ਕਿ ਕਿਸਾਨੋ, ਤੁਹਾਨੂੰ ਹੁਣ ਮੀਂਹ ਕੰਨੀ ਦੇਖਣ ਦੀ ਲੋੜ ਨਹੀਂ। ਜਿੱਦਣ ਤੁਹਾਨੂੰ ਪਾਣੀ ਦੀ ਲੋੜ ਹੋਇਆ ਕਰੂਗੀ, ਕੇਜਰੀਵਾਲ ਜੀ ਮੀਂਹ ਭਰਾਇਆ ਕਰਨਗੇ। ਜੀ ਜੀ। ਇਸ ਲਈ ਇਹ ਫਾਰਮੂਲਾ ਵੇਚਣ ਦੇ ਲਈ ਉਹ ਦਿੱਲੀ 'ਚ ਨਕਲੀ ਮੀਂਹ ਪਵਾਉਣ ਦੇ ਲਈ ਵੀ ਤਿਆਰੀ ਕਰ ਲਈ। ਕਾਨਪੁਰ ਨਾਲ ਇਹ ਗੱਲਬਾਤ ਹੋ ਗਈ, ਗੋਪਾਲ ਰਾਏ ਇਸ ਕੰਮ ਤੇ ਲਾਤੇ। ਸੋ ਵੈਸੇ ਤਾਂ ਕੁਦਰਤ ਮਿਹਰਬਾਨ ਹੋਈ ਹੈ। ਸੋ ਜਿਹੜੇ ਇੰਦਰ ਦੇਵਤਾ ਨੂੰ ਉਸ ਰੂਪ 'ਚ ਮੰਨਦੇ ਆ, ਉਹ ਇੰਦਰ ਦੇਵਤਾ ਤੋਂ ਖੁਸ਼ ਨੇ। ਜਿਹੜੇ ਕੁਦਰਤ ਨੂੰ ਮੰਨਣ ਵਾਲੇ ਲੋਕ ਨੇ, ਉਹ ਕੁਦਰਤ ਦੇ ਅੱਜ ਦੇ ਵਰਤਾਰੇ ਤੋਂ ਖੁਸ਼ ਨੇ ਕਿ ਪੰਜਾਬ, ਹਰਿਆਣਾ, ਰਾਜਸਥਾਨ ਦਾ ਕੁਝ ਖੇਤਰ, ਦਿੱਲੀ ਪੂਰੀ ਅੱਜ ਪਾਣੀ ਵਰਨ ਨਾਲ ਕਾਫੀ ਰਾਹਤ ਹੋਈ ਹੈ। ਔਰ ਬੜਾ ਪੱਧਰ ਘਟਿਆ ਜੀ ਗੰਦਗੀ ਦਾ ਤੇ ਪ੍ਰਦੂਸ਼ਣ ਦਾ, ਤੇ ਹਵਾ ਦੇ ਵਿੱਚ ਚੰਗੀ ਮਤਲਬ ਕਿ ਗੁਣਵੱਤਾ ਵਧੀ ਹੈ। ਬੇਸ਼ੱਕ ਅਜੇ ਵੀ 300 ਦੇ ਗੇਟ 'ਚ ਫਸਿਆ ਕਈ ਥਾਵਾਂ ਤੇ। ਜਦੋਂ ਤੱਕ 200 ਤੋਂ ਥੱਲੇ ਨਹੀਂ ਆਉਂਦਾ, ਤਦ ਤੱਕ ਬਿਲਕੁਲ ਸਹੀ ਨਹੀਂ ਹੁੰਦਾ। ਪਰ ਫਿਰ ਵੀ ਅੱਜ ਨਵੀਂ ਵੀ ਹੈ ਤੇ ਇਹਦੇ ਨਾਲ ਠੰਡ ਨੇ ਵੀ ਇੱਕ ਤਰ੍ਹਾਂ ਨਾਲ ਦਸਤਕ ਦੇ ਦਿੱਤੀ ਹੈ, ਪ੍ਰਵੀਨ ਜੀ। ਜੀ।